Good morning, students. I am here, Punjabi teacher Charanjit Singh here. हाँ जी विद्यार्थियों, ਅੱਜ ਅਸੀਂ ਸ਼ਬਦ ਜੋੜ ਬਾਰੇ ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕਰਾਂਗੇ। ਪੰਜਾਬੀ ਦੇ ਵਿੱਚ ਸ਼ਬਦ ਜੋੜਾਂ ਦਾ ਕੀ ਰੋਲ ਹੈ, ਅੱਜ ਇਸ ਅਧਿਆਇ ਦੇ ਵਿੱਚ ਤੁਹਾਡੇ ਨਾਲ ਅਸੀਂ ਇਸ ਦੇ ਬਾਰੇ ਗੱਲ ਕਰਾਂਗੇ। ਸ਼ਬਦ ਜੋੜ ਦੇ ਨਿਯਮਾਂ ਬਾਰੇ, ਸ਼ਬਦ ਜੋੜ ਦੇ ਪਿਛੋਕੜ ਬਾਰੇ ਤੇ ਅਜੋਕੇ ਸ਼ਬਦ ਜੋੜਾਂ ਦੇ ਵਿੱਚ ਆ ਰਹੇ ਪਰਿਵਰਤਨਾਂ ਬਾਰੇ ਤੇ ਉਹਨਾਂ ਦੇ ਢੁਕਵੇਂ ਨਿਯਮਾਂ ਦੀਆਂ ਉਦਾਹਰਨਾਂ ਬਾਰੇ ਤੁਹਾਡੇ ਨਾਲ ਅੱਜ ਵਿਚਾਰ ਚਰਚਾ ਜਿਹੜੀ ਅਸੀਂ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸ਼ਬਦ ਜੋੜ ਜਿਹੜੇ ਹੈ ਇਹਨਾਂ ਦਾ ਪੰਜਾਬੀ ਦੇ ਵਿੱਚ ਕੀ ਰੋਲ। ਹਰ ਇੱਕ ਭਾਸ਼ਾ ਦੇ ਵਿੱਚ ਸ਼ਬਦ ਜੋੜਾਂ ਦਾ ਇੱਕ ਆਪਣਾ ਇੱਕ ਰੋਲ ਹੁੰਦਾ ਹੈ, ਇੱਕ ਆਪਣੀ ਪਛਾਣ ਹੁੰਦੀ ਹੈ। ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚੋਂ ਪੰਜਾਬੀ ਦੇ ਵਿੱਚ ਵੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚੋਂ ਸ਼ਬਦ ਜਿਹੜੇ ਆ ਮੂਲ ਰੂਪ ਦੇ ਵਿੱਚ ਵਰਤੋਂ ਵਿੱਚ ਲਏ ਗਏ ਨੇ, ਕਿਉਂਕਿ ਪੰਜਾਬ ਸ਼ੁਰੂ ਤੋਂ ਜੰਗਾਂ ਤੇ ਯੁੱਧਾਂ ਦੀ ਧਰਤੀ ਰਹੀ ਹੈ। ਪੰਜਾਬ ਦੇ ਉੱਪਰ ਮੁਸਲਿਮਾਂ ਨੇ, ਮਰਾਠਿਆਂ ਨੇ, ਵੱਖਰੇ ਵੱਖਰੇ ਮੁਗਲ ਸ਼ਾਸਕਾਂ ਦੇ ਆਵਾਗਮਨ ਰਹੇ ਨੇ, ਅੰਗਰੇਜ਼ੀ ਕਾਲ ਰਿਹਾ ਹੈ। ਤਾਂ ਸਮੇਂ ਸਮੇਂ ਦੇ ਵਿੱਚ ਜੋ ਇੱਥੋਂ ਹੋ ਕੇ ਗਏ ਤਾਂ ਉਹਨਾਂ ਨੇ ਸਾਨੂੰ ਸਭਿਅਤਾ ਨੂੰ, ਸਾਡੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਉਹਦੇ ਵਿੱਚ ਉਹਨਾਂ ਨੇ ਸਾਨੂੰ ਜਿੱਥੇ ਖਾਣ ਪੀਣ, ਮੇਲ ਜੋਲ ਦੇ ਵਿੱਚ ਪਰਿਵਰਤਨ ਆਏ, ਉੱਥੇ ਸਾਡੀ ਭਾਸ਼ਾ ਦੇ ਵਿੱਚ ਵੀ ਬਹੁਤ ਸਾਰੇ ਪਰਿਵਰਤਨ ਦੇਖਣ ਨੂੰ ਮਿਲੇ, ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰ ਸਕਦੇ ਹਾਂ ਕਿ ਸਾਡੀ ਪੰਜਾਬੀ ਦੇ ਵਿੱਚ ਬਹੁਤ ਸਾਰੇ ਮਾਂਗਵੇ ਸ਼ਬਦ ਜਿਹੜੇ ਨੇ ਦੂਜੀਆਂ ਭਾਸ਼ਾਵਾਂ ਵਿੱਚੋਂ ਲਏ ਗਏ ਹਨ। ਜੇ ਅਸੀਂ ਗੱਲ ਕਰੀਏ ਤਾਂ ਪੁਰਾਤਨ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਵੀ ਬਹੁਤ ਸਾਰੇ ਭਾਸ਼ਾਈ ਸ਼ਬਦ ਜਿਹੜੇ ਨੇ ਅੱਜ ਪੰਜਾਬੀ ਦਾ ਮੂਲ ਰੂਪ ਬਣ ਚੁੱਕੇ ਹਨ। ਉਹਨਾਂ ਦੀ ਵਰਤੋਂ ਪੰਜਾਬੀ ਦੇ ਵਿੱਚ ਹੋਣ ਲੱਗ ਪਈ ਹੈ। ਬਹੁਤ ਸਾਰੇ ਮੂਲ ਰੂਪ ਦੇ ਵਿੱਚ ਸ਼ਬਦ ਜਿਹੜੇ ਨੇ ਉਹਨਾਂ ਵਿੱਚ ਪਾਲੀ ਭਾਸ਼ਾ ਦਾ ਵੀ ਆਪਣਾ ਇੱਕ ਯੋਗਦਾਨ ਹੈ, ਜੋ ਕਿ ਬੁੱਧ ਧਰਮ ਤੇ ਜੈਨ ਧਰਮ ਤੋਂ ਅਪਭ੍ਰੰਸ਼ ਭਾਸ਼ਾ ਦਾ ਵਿਗੜਿਆ ਹੋਇਆ ਰੂਪ ਜੋ ਕਿ ਸਾਨੂੰ ਵੇਖਣ ਨੂੰ ਮਿਲਿਆ। ਰਿਗਵੈਦਿਕ ਕਾਲ ਵਿੱਚ ਵੇਦਾਂ 'ਚ ਵਰਤੀ ਜਾਣ ਵਾਲੀ ਭਾਸ਼ਾ ਵੀ ਉਹ ਵੀ ਸਾਡੇ ਕੋਲ ਮਾਂਗਵੇ ਸ਼ਬਦ ਪੰਜਾਬੀ ਦੇ ਵਿੱਚ ਦੇਖਣ ਨੂੰ ਵਰਤੋਂਯੋਗ ਵਿੱਚ ਵਰਤਣ ਨੂੰ ਮਿਲੇ ਹਨ। ਜੇ ਅਸੀਂ ਗੱਲ ਕਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 36 ਭਗਤਾਂ ਦੀ ਬਾਣੀ ਦਰਜ ਹੈ। ਉਹਨਾਂ 36 ਮਹਾਂਪੁਰਖਾਂ ਦੁਆਰਾ, ਜਿਨ੍ਹਾਂ ਵਿੱਚੋਂ 15 ਜਿਹੜੇ ਭਗਤ ਨੇ ਉਹ ਵੱਖ-ਵੱਖ ਪ੍ਰਾਂਤਾਂ ਵਿੱਚੋਂ ਹੋਏ ਨੇ, ਉਹਨਾਂ ਦੁਆਰਾ ਜਿਹੜੀ ਵਰਤੀ ਗਈ ਭਾਸ਼ਾ ਹੈ ਉਹ ਵੀ ਇੱਕ ਪੰਜਾਬੀ ਦਾ ਰੂਪ ਸਥਾਨ ਬਣ ਗਿਆ, ਜਿਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ। ਤਾਂ ਇਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਰਿਹਾ, ਜਿਨ੍ਹਾਂ ਨੂੰ ਪ੍ਰਭਾਵਿਤ ਕਰਦੇ ਰਹੇ। ਤਾਂ ਇਹਨਾਂ ਪ੍ਰਭਾਵਿਤ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਯੂਨਾਨੀ, ਅਮਰੀਕੀ, ਫਾਰਸੀ, ਅਰਬੀ, ਉਰਦੂ, ਬਹੁਤ ਸਾਰੇ ਸੰਸਕ੍ਰਿਤ ਦੇ ਸ਼ਬਦ, ਪਾਲੀ ਭਾਸ਼ਾ ਦੇ ਸ਼ਬਦ, ਇਹ ਸ਼ਬਦ ਜਿਹੜੇ ਆ ਇੱਕ ਮਾਂਗਵੇਂ ਰੂਪ ਦੇ ਵਿੱਚ, ਉਧਾਰੇ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਆਪਣੀ ਇੱਕ ਜਗ੍ਹਾ ਬਣਾ ਚੁੱਕੇ ਨੇ। ਜੇ ਅੱਜ ਗੱਲ ਕਰੀਏ ਅਸੀਂ ਅਜੋਕੀ ਪੰਜਾਬੀ ਦੀ, ਤਾਂ ਅੱਜ ਸਾਡੇ ਕੋਲ ਪੰਜਾਬੀ ਅਜੋਕੀ ਦੇ ਵਿੱਚ ਅਜਿਹੇ ਸ਼ਬਦ ਜੋ ਕਿ ਕੰਪਿਊਟਰ ਯੁੱਗ ਦੇ ਆਉਣ ਦੇ ਨਾਲ, ਟੈਕਨੋਲੋਜੀ ਦੇ ਵਧਣ ਦੇ ਨਾਲ ਭਾਸ਼ਾ ਦੇ ਵਿੱਚ ਬਹੁਤ ਸਾਰੇ ਪਰਿਵਰਤਨ ਦੇਖਣ ਨੂੰ ਮਿਲੇ। ਉਹਨਾਂ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਟੈਕਨੀਕਲ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਪੰਜਾਬੀ ਦੇ ਵਿੱਚ ਮਾਧਿਅਮ ਬਣਾਇਆ ਗਿਆ, ਅਨੁਵਾਦ ਸ਼ੁਰੂ ਹੋਏ, ਤਾਂ ਅਨੁਵਾਦਿਤ ਹੋਣ ਦੇ ਨਾਲ ਪੰਜਾਬੀ ਨੂੰ ਬਹੁਤ ਹੀ ਰੋਚਕਤਾ ਦੇ ਨਾਲ ਪੜ੍ਹਿਆ ਤੇ ਸੁਣਿਆ ਜਾਣ ਲੱਗਾ। ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਜੋ ਅਨੁਵਾਦ ਦੀ ਪ੍ਰਕਿਰਿਆ ਚੱਲ ਰਹੀ ਹੈ ਉਹ ਪੂਰਨ ਤੌਰ ਤੇ ਸ਼ਬਦ ਜੋੜਾਂ ਦੇ ਅਨੁਸਾਰ ਹੀ ਚੱਲ ਰਹੀ ਹੈ, ਕਿਉਂਕਿ ਕਿਸੇ ਵੀ ਭਾਸ਼ਾ ਨੂੰ ਜਾਣਨ ਲਈ ਸ਼ਬਦ ਜੋੜਾਂ ਦਾ, ਨਿਯਮਾਂ ਦਾ, ਵਿਆਕਰਨਿਕ ਨਿਯਮ ਜੋ ਉਸ ਦੇ ਪਿੱਛੇ ਕੰਮ ਕਰਦੇ ਨੇ, ਉਸ ਭਾਸ਼ਾ ਦੇ ਵਿੱਚ ਪੂਰਨ ਤੌਰ ਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਭਾਸ਼ਾ ਦੇ ਵਿੱਚ ਸ਼ੁੱਧ ਤੇ ਅਸ਼ੁੱਧਤਾ ਦੀ ਪਛਾਣ ਬਣ ਕੇ ਰਹਿ ਗਈ ਹੈ, ਕਿਉਂਕਿ ਪੰਜਾਬੀ ਦੇ ਵਿੱਚ ਅਸ਼ੁੱਧਤਾ ਨੂੰ ਖਤਮ ਕਰਨ ਲਈ ਸ਼ੁੱਧ ਰੂਪ ਦੇ ਵਿੱਚ ਇਹ ਭਾਸ਼ਾ ਨੂੰ ਅਸੀਂ ਕਿਸ ਤਰ੍ਹਾਂ ਨਾਲ ਸਮਝ ਸਕਦੇ ਹਾਂ ਕਿ ਇਹਦੇ ਵਿੱਚ ਕਿਹੜੇ ਸ਼ਬਦ ਜਿਹੜੇ ਨੇ ਉਹ ਸ਼ੁੱਧ ਰੂਪ 'ਚ ਨੇ ਤੇ ਕਿਹੜੇ ਸ਼ਬਦ ਨੇ ਜਿਹੜੇ ਕਿ ਅਸ਼ੁੱਧ ਰੂਪ ਦੇ ਵਿੱਚ ਵਰਤੇ ਗਏ ਨੇ, ਇਹਨਾਂ ਬਾਰੇ ਸਾਡੀ ਪੂਰਨ ਤੌਰ ਤੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਉਹ ਜਾਣਕਾਰੀ ਜਿਹੜੀ ਹੈ ਸਾਨੂੰ ਮੂਲ ਰੂਪ ਦੇ ਵਿੱਚ ਸ਼ਬਦ ਜੋੜਾਂ ਦੇ ਰਾਹੀਂ ਪਤਾ ਲੱਗਦੀ ਹੈ, ਕਿਉਂਕਿ ਸ਼ਬਦ ਜੋੜਾਂ ਤੋਂ ਹੀ ਸਾਨੂੰ ਸੰਸਕ੍ਰਿਤ ਦੇ ਸ਼ਬਦਾਂ ਬਾਰੇ ਪਤਾ ਲੱਗਦਾ ਹੈ। ਤਤਸਮ ਤੇ ਤਦਭਵ, ਤਤਸਮ ਸ਼ਬਦ ਜੋ ਕਿ ਆਦਿ ਯੁੱਗ ਦੇ ਵਿੱਚ, ਆਦਿ ਕਾਲ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਸੀ, ਜੋ ਕਿ ਉਸ ਸਮੇਂ ਦੇ ਬਹੁਤ ਹੀ ਪ੍ਰਚਲਿਤ ਰੂਪ ਸੀ, ਜੋ ਕਿ ਸਾਨੂੰ ਗੁਰਬਾਣੀ ਦੇ ਵਿੱਚ ਸੁਣਨ ਨੂੰ, ਪੜ੍ਹਨ ਨੂੰ ਮਿਲਦੇ ਹਨ। ਤੇ ਅਜੋਕੀ ਪੰਜਾਬੀ 'ਚ ਤਤਸਮ
ਤਦਭਵ ਰੂਪ ਜਿਹੜੇ ਆ ਜੋ ਕਿ ਪੰਜਾਬੀ ਵਿੱਚ ਅੰਗਰੇਜ਼ੀ ਦੇ ਆਉਣ ਦੇ ਨਾਲ ਬਹੁਤ ਸਾਰੇ ਉਰਦੂ ਫਾਰਸੀ ਦੇ ਸ਼ਬਦਾਂ ਦਾ ਸੁਮੇਲ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ ਦੇਖਣ ਨੂੰ ਸੁਣਨ ਨੂੰ ਮਿਲਦਾ ਹੈ। ਤਾਂ ਇਸ ਤਰ੍ਹਾਂ ਨਾਲ ਪੰਜਾਬੀ ਭਾਸ਼ਾ ਨੂੰ ਸਮੇਂ-ਸਮੇਂ ਤੇ ਬਹੁਤ ਸਾਰੀਆਂ ਭਾਸ਼ਾਵਾਂ ਨੇ ਪ੍ਰਭਾਵਿਤ ਕੀਤਾ। ਉਹ ਪ੍ਰਭਾਵਿਤ ਸੱਭਿਆਚਾਰ ਨਾਲ ਉਹਨਾਂ ਦੇ ਖਾਣ ਪੀਣ ਤੇ ਬੋਲੀ ਤੇ ਪਹਿਰਾਵੇ ਦੇ ਵਿੱਚ ਖਾਸ ਤੌਰ ਤੇ ਭਾਸ਼ਾ ਦੇ ਉੱਤੇ ਵੀ ਆਪਣਾ ਪ੍ਰਭਾਵ ਪਾਇਆ, ਜੋ ਕਿ ਸਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ। ਤਾਂ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੇ ਨਾਲ ਸ਼ਬਦ ਜੋੜਾਂ ਦੇ ਪਿਛੋਕੜ ਬਾਰੇ ਵਿਚਾਰ ਚਰਚਾ ਕਰਦੇ ਹੋਏ। ਹੁਣ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਪੰਜਾਬੀ ਦੇ ਵਿੱਚ ਸ਼ਬਦ ਜੋੜਾਂ ਦੇ ਲਈ ਕਿਹੜੇ ਖਾਸ ਨਿਯਮ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਕਰ ਸਕਦੇ ਹਾਂ ਤੇ ਅਸੀਂ ਸ਼ਬਦਾਂ ਨੂੰ ਪੂਰੀ ਨਿਯਮਬੰਧਤਾ ਦੇ ਨਾਲ ਸਮਝ ਸਕਦੇ ਹਾਂ। ਤਾਂ ਸ਼ਬਦ ਜੋੜ, ਸ਼ਬਦਾਂ ਦਾ ਜੋੜ, ਸ਼ਬਦ ਜੋੜ ਤੋਂ ਭਾਵ ਹੈ ਸ਼ਬਦਾਂ ਦਾ ਜੋੜ, ਕਿ ਕਿਹੜੇ ਸ਼ਬਦਾਂ ਦੇ ਰਾਹੀਂ ਅਸੀਂ ਆਪਣੀ ਗੱਲ ਨੂੰ ਪੂਰਨ ਰੂਪ ਵਿੱਚ ਸਹੀ ਕਹਿ ਰਹੇ ਹਾਂ ਤੇ ਕਿਹੜੇ ਰੂਪ ਦੇ ਰਾਹੀਂ ਅਸੀਂ ਆਪਣੀ ਗੱਲ ਨੂੰ ਗਲਤ ਕਹਿ ਰਹੇ ਹਾਂ। ਉਸ ਦਾ ਪ੍ਰਭਾਵ, ਉਸ ਦਾ ਵਾਚਨ ਜਿਹੜਾ ਹੈ ਸ਼ਬਦ ਜੋੜਾਂ ਤੋਂ ਪਤਾ ਲੱਗਦਾ ਹੈ। ਪੂਰੇ ਵਾਕ ਦੇ ਵਿੱਚ ਅਸੀਂ ਉਸ ਗੱਲ ਨੂੰ ਕਿਸ ਜ਼ਰੀਏ, ਕਿਸ ਦੇ ਦੁਆਰਾ ਪੇਸ਼ ਕਰ ਰਹੇ ਹਾਂ, ਉਹ ਗੱਲ ਢੁੱਕ ਰਹੀ ਹੈ ਜਾਂ ਨਹੀਂ ਢੁੱਕ ਰਹੀ। ਜੇ ਉਹ ਗੱਲ ਪੂਰਨ ਤੌਰ ਤੇ ਸਹੀ ਹੈ ਤਾਂ ਉਹਦਾ ਸ਼ੁੱਧ ਰੂਪ ਹੈ, ਜੇ ਪੂਰਨ ਤੌਰ ਤੇ ਸਹੀ ਨਹੀਂ ਹੈ ਤਾਂ ਉਹ ਭਾਸ਼ਾ ਦਾ ਅਸ਼ੁੱਧ ਰੂਪ ਹੈ। ਤਾਂ ਅਸੀਂ ਉਹ ਅਸ਼ੁੱਧ ਰੂਪ ਨੂੰ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਤਬਦੀਲ ਕਰ ਸਕਦੇ ਹਾਂ, ਕਿਸ ਤਰ੍ਹਾਂ ਨਾਲ ਉਹਦੇ ਵਿੱਚ ਤਬਦੀਲੀਆਂ ਲਿਆ ਸਕਦੇ ਹਾਂ, ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਪੰਜਾਬੀ ਦੇ ਵਿੱਚ ਹੀ ਨਹੀਂ, ਹਰ ਇੱਕ ਭਾਸ਼ਾ ਦੇ ਵਿੱਚ ਸਮੇਂ-ਸਮੇਂ ਤੇ ਭਾਸ਼ਾਈ ਤਬਦੀਲੀਆਂ ਆਉਂਦੀਆਂ ਹੀ ਰਹਿੰਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਸ਼ਾ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਰਹਿਣਗੀਆਂ, ਕਿਉਂਕਿ ਸਮੇਂ ਦੀ ਨਜ਼ਾਕਤ ਦੇ ਅਨੁਸਾਰ, ਸਮੇਂ ਦੀ ਤਬਦੀਲੀ ਦੇ ਅਨੁਸਾਰ ਉਦਯੋਗੀਕਰਨ ਤੇ ਤਕਨੀਕੀਕਰਨ ਦਾ ਪ੍ਰਭਾਵ ਜਿਹੜਾ ਹੈ ਉਹ ਭਾਸ਼ਾ ਦੇ ਉੱਤੇ ਪੂਰਨ ਰੂਪ ਵਿੱਚ ਪੈ ਰਿਹਾ ਹੈ। ਜਿਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਕੰਪਿਊਟਰੀਕਰਨ, ਅੱਜ ਦੇ ਉਦਯੋਗਿਕ ਯੁੱਗ ਦੇ ਵਿੱਚ, ਆਧੁਨਿਕ ਯੁੱਗ ਦੇ ਵਿੱਚ ਪੂਰਨ ਤੌਰ ਤੇ ਸਾਰੀ ਦੀ ਸਾਰੀ ਭਾਸ਼ਾ ਜਿਹੜੀ ਹੈ ਉਹ ਕੰਪਿਊਟਰ ਦੇ ਰਾਹੀਂ ਸਿਖਾਈ ਤੇ ਸਿੱਖੀ ਜਾਂਦੀ ਹੈ। ਤਾਂ ਉਹਦੇ ਵਿੱਚ ਵੀ ਬਹੁਤ ਸਾਰੀ ਭਾਸ਼ਾ ਜਿਹੜੀ ਹੈ ਜਿਹਦੇ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਟਾਈਪਿੰਗ ਦਾ ਰੂਪ ਜਿਹੜਾ ਦੇਖਣ ਨੂੰ ਮਿਲਦਾ ਹੈ, ਜਿਸ ਵਿੱਚ ਰਾਵੀ ਹੈ, ਗੁਰਮੁਖੀ ਹੈ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਪੰਜਾਬੀ ਭਾਸ਼ਾ ਦੇ ਹੀ ਲਿਖਣ ਤੇ ਉਹਨਾਂ ਨੂੰ ਟਾਈਪਿੰਗ ਕਰਨ ਦੇ ਰੂਪ ਜਿਹੜੇ ਆ ਉਹ ਅਲੱਗ-ਅਲੱਗ ਹਨ। ਤਾਂ ਇਸੇ ਤਰ੍ਹਾਂ ਨਾਲ ਅਸੀਂ ਅੱਜ ਗੱਲ ਕਰਾਂਗੇ ਤੁਹਾਡੇ ਨਾਲ ਸ਼ਬਦ ਜੋੜਾਂ ਬਾਰੇ। ਸ਼ਬਦ ਜੋੜ ਤੋਂ ਭਾਵ ਕਿ ਅਸੀਂ ਜਿਹੜੀ ਗੱਲ ਵਾਚਨਾਂ ਦੇ ਵਿੱਚ ਕਰ ਰਹੇ ਹਾਂ ਉਹ ਪੂਰਨ ਰੂਪ ਵਿੱਚ ਸਹੀ ਹੈ ਕਿ ਜਾਂ ਗਲਤ ਹੈ। ਤਾਂ ਉਸ ਦਾ ਪਤਾ ਸਾਨੂੰ ਕਿੱਥੋਂ ਲੱਗਦਾ ਹੈ? ਸ਼ਬਦ ਜੋੜਾਂ ਦੇ ਰਾਹੀਂ। ਵਿਦਿਆਰਥੀ ਨੂੰ ਵਿਦਿਅਕ ਅਦਾਰਿਆਂ ਦੇ ਵਿੱਚ ਸਭ ਤੋਂ ਪਹਿਲੇ ਜੋ ਲਗਾਖਰ, ਉਸ ਨੂੰ ਅੱਖਰ ਬੋਧ, ਧੁਨੀ ਬੋਧ, ਤਾਂ ਇਸ ਤਰ੍ਹਾਂ ਨਾਲ ਚੱਲਦੇ ਹੋਏ ਉਸ ਨੂੰ ਸ਼ਬਦ ਜੋੜ ਜਿਹੜੇ ਆ ਉਹ ਸਿਖਾਏ ਜਾਂਦੇ ਨੇ। ਸ਼ਬਦ ਜੋੜਾਂ ਦੇ ਰਾਹੀਂ ਉਹ ਵਿਦਿਆਰਥੀ ਜਿਹੜਾ ਹੈ ਉਹਨਾਂ ਸ਼ਬਦਾਂ ਨੂੰ ਕਿਸ ਤਰ੍ਹਾਂ ਨਾਲ ਉਹ ਬੋਲ ਸਕਦਾ ਹੈ, ਇਨ ਬਿਨ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਲਿਖ ਸਕਦਾ ਹੈ। ਲਿਖਣ ਸਮੇਂ ਅਸੀਂ ਬਹੁਤ ਸਾਰੀਆਂ ਅਸ਼ੁੱਧੀਆਂ ਕਰ ਜਾਂਦੇ ਹਾਂ। ਕਈ ਵਾਰੀ ਬੋਲਣ ਵਾਲੇ ਲਫ਼ਜ਼ ਲਿਖਣ ਦੇ ਵਿੱਚ ਤਬਦੀਲ ਹੋ ਜਾਂਦੇ ਨੇ, ਪਰ ਕਈ ਵਾਰੀ ਲਿਖਣ ਵਾਲੇ ਸ਼ਬਦ ਬੋਲਣ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਤਾਂ ਇਸ ਤਰ੍ਹਾਂ ਤੋਂ ਭਾਵ ਹੈ ਕਿ ਜੋ ਸ਼ਬਦ ਬੋਲੇ ਜਾਂਦੇ ਨੇ ਉਹ ਜ਼ਰੂਰੀ ਨਹੀਂ ਕਿ ਇਨ ਬਿਨ ਉਸੇ ਤਰ੍ਹਾਂ ਹੀ ਲਿਖੇ ਜਾਣ, ਕਿਉਂਕਿ ਉਹਨਾਂ ਨੂੰ ਲਿਖਣ ਦੇ ਸਮੇਂ ਬਹੁਤ ਸਾਰੇ ਲਗਾਖਰਾਂ ਦੇ ਨਿਯਮ ਨੇ ਜਿਨ੍ਹਾਂ ਦੀ ਵਰਤੋਂ ਕਰਨੀ ਖਾਸ ਤੌਰ ਤੇ ਬਹੁਤ ਜ਼ਰੂਰੀ ਹੈ। ਤਾਂ ਉਹਨਾਂ ਬਾਰੇ ਤੁਹਾਡੇ ਨਾਲ ਮੈਂ ਵਿਚਾਰ ਚਰਚਾ ਸਾਂਝੀ ਕਰਨ ਜਾ ਰਿਹਾ ਹਾਂ। ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਲਗਾ ਦੇ ਜੋੜ ਸੰਬੰਧੀ ਨਿਯਮ। ਸਭ ਨੂੰ ਪਤਾ ਹੀ ਹੈ ਸਾਨੂੰ ਕਿ ਪੰਜਾਬੀ ਦੇ ਵਿੱਚ 10 ਲਗਾ ਹਨ, ਜਿਨ੍ਹਾਂ ਦੇ ਬਾਰੇ ਅਸੀਂ ਸ਼ੁਰੂ ਤੋਂ ਹੀ ਜਾਣਦੇ ਆਏ ਹਾਂ, ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਰਹਿੰਦੀ ਹੈ। ਜਿਨ੍ਹਾਂ ਵਿੱਚ ਸਭ ਤੋਂ ਪਹਿਲੇ ਹੈ ਮੁਕਤਾ। ਮੁਕਤਾ ਤੋਂ ਭਾਵ ਹੈ ਜਿਸ ਦੇ ਨਾਲ ਕੋਈ ਲੱਗ ਨਹੀਂ, ਜੋ ਬਿਨਾਂ ਸੁਤੰਤਰ ਰੂਪ ਦੇ ਵਿੱਚ ਉਚਾਰਨ ਵਿੱਚ ਆਉਂਦਾ ਹੈ, ਜਿਸ ਦਾ ਜੋ ਚਿੰਨ੍ਹ ਹੈ ਉਹ ਅ ਹੈ। ਤਾਂ ਇਸ ਤਰ੍ਹਾਂ ਦੇ ਨਾਲ ਪੰਜਾਬੀ ਦੇ ਵਿੱਚ ਮੁਕਤਾ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਅੱਖਰ ਦਿਖਣ ਨੂੰ ਮਿਲਦੇ ਨੇ, ਸ਼ਬਦ ਵੇਖਣ ਨੂੰ ਮਿਲਦੇ ਨੇ, ਜਿਨ੍ਹਾਂ ਦੇ ਸ਼ਬਦ ਦੀ ਬਣਤਰ ਜਿਹੜੀ ਹੈ ਉਹ ਤਬਦੀਲ ਹੁੰਦੀ ਹੈ ਜਾਂ ਅਸ਼ੁੱਧ ਤੋਂ ਸ਼ੁੱਧ ਰੂਪ ਵਿੱਚ ਦੇਖੀ ਜਾਂਦੀ ਹੈ। ਉਦਾਹਰਨ ਦੇ ਰੂਪ ਵਿੱਚ ਜਿਸ ਤਰ੍ਹਾਂ ਨਾਲ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਹਾਂ ਯਤਨ। ਹੁਣ ਯਤਨ ਸ਼ਬਦ ਜਿਹੜਾ ਜੇ ਅਸੀਂ ਗੱਲ ਕਰੀਏ ਤਾਂ ਯਯੇ ਤੋਂ ਪਾਇਆ ਗਿਆ ਹੈ, ਤਾਂ ਇਸ ਦਾ ਅਸ਼ੁੱਧ ਰੂਪ ਹੈ, ਕਿਉਂਕਿ ਜੋ ਆਦਿ ਕਾਲ ਦੇ ਵਿੱਚ, ਆਦਿ ਸਮੇਂ ਦੇ ਵਿੱਚ ਯਤਨ ਇਸ ਤਰ੍ਹਾਂ ਨਾਲ ਪਾਇਆ ਜਾਂਦਾ ਸੀ, ਪਰ ਪੰਜਾਬੀ ਦੇ ਅਜੋਕੀ ਰੂਪ ਦੇ ਵਿੱਚ ਇਹਨੂੰ ਤਬਦੀਲ ਕਰ ਦਿੱਤਾ ਗਿਆ।
परिवर्तन हो गया। तो हुण अज दे समय दे विच असीं यतन शब्द जिहड़ा है वो जज्जे नाल पाना शुरू कर दिता है। इस तरह पंजाबी दे विच युद्ध शब्द है जो कि पहले यईये दे नाल वरतों कीती जाती सी, अज वो युद्ध दे विच जज्जा वरतिया जाण लग पिया है। तो इस तरह नाल पंजाबी दे विच ये शब्द जिहड़े आ मूल रूप दे विच तब्दील हो गए। तो इस तरह दया, हुण दया शब्द दे विच यईया है, तो उस तरह नाल हुण इसदा शुद्ध रूप जिहड़ा अज दी अजोकी पंजाबी दे विच है वो है दया, जो कि इसका मूल शुद्ध रूप है। तो इस तरह नाल असीं हुण गल करांगे तुहाडे नाल कन्ने बारे। तो पंजाबी दे विच कन्ने नाल संबंधित कन्ना, कन्ने दा चिन्ह है आदि आवाज। तो आदि आवाज दे विच साडे कोल पंजाबी दे विच बहुत सारे कन्ने नाल संबंधित शब्द मिल जांदे ने, बहुत सारे, जिन्हां दे विच असीं लिंग बदलो वचन बदलो दे विच भी वेख सकदे हां। वचन बदलो दे विच तां खास तौर ते कन्ने दी वरतों जिहड़ी है वो लाजमी तौर ते मन्नी जाती है, क्योंकि जिथे वध आवाज आती है असीं उत्ते कन्ने उत्ते बिंदी दी वरतों करते हैं, जो कि बिंदी जिहड़ी है एक नासकी धुनी दे रूप विच भी सानू तब्दील होंदी है ते दूसरी बहुतियां ज्यादा चीज़ां नाल संबंधित भी इस दी वरतों कीती जाती है कन्ने दी। तो उस तरह नाल साडे कोल पंजाबी दे विच बहुत सारे शब्दां विचों उदाहरण दे तौर ते आकाश, आकाश शब्द जे असीं गल करिए तां हिंदी दा शब्द है, तो जिसनूं असीं पंजाबी दे विच लिखण दे लई आकाश शब्द दी वरतों करते हां। तो इस तरह नाल आवारा, आवारा शब्द जिहड़ा मूल रूप विच अशुद्ध रूप है, तो जदों असीं इहनूं पंजाबी दे विच तब्दील करांगे तां बन जाएगा शब्द आवारा। तो इस दा भाव वाधू करना जिहड़ा है वो खत्म हो जाएगा। इसलिए जो उच्चारण असीं लहजे नाल बोलते हां उसनूं इन बिन उसे तरह नहीं लिखिया जांदा, क्योंकि समय समय दे नाल उहदे विच परिवर्तन आते रहते हैं। और तीजे नंबर ते असीं गल करते हैं सिहारी पर। सिहारी दा चिन्ह है शुरू दे विच, जो कि अखर दे शुरू दे विच पैंदी है। तो उस दे विच भी साडे कोल सिहारी नाल संबंधित भी बहुत सारे शब्द ने, जो कि हिंदी दा रूप कह सकते हां या फारसी दे रूप दे विच कह सकते हां। जिस तरह हासिल, हासिल शब्द जिहड़ा है ये मूल रूप च आद दे समय दा सी, जबकि हुण दे समय दे विच असीं हासिल शब्द जिहड़ा है उहनूं उदाहरण दे रूप विच शुद्ध रूप मन्निया गया है। इस तरह नाल जालिम, जालिम शब्द है जो कि सिहारी दी आवाज दे रहा है, जो कि अज दे पंजाबी दे मूल रूप विच इस शब्द है जालम। तो इस तरह नाल साडी कोल चौथे नंबर ते लगाम जो आंदी है लगाम वो है बिहारी। बिहारी है जो अखर दे बाद विच पैंदी है। तो अखर दे बाद विच इस दी वरतों किस तरह नाल कीती जांदी है। जिस तरह साडे कोल उदाहरण दे तौर ते शब्द है बारीक, बारीक शब्द जिहड़ा है उस दे विच इस नूं शुद्ध रूप विच किस तरह बोलिया जाता है बारीक। तो इस तरह नाल एक शब्द है जागीर, जागीर दा जिहड़ा शुद्ध रूप है जगीर। तो पंजाबी दे विच शुद्ध शब्द जोड़ जिहड़ा है वो जगीर मन्निया जाता है। तो इस तरह नाल पंजाबी दे विच पंजवीं लगा जो है वो है औंकड़, औंकड़ जो कि अखर दे पैर विच पैंदी है, अखर दे पैर विच पैंदी है, जिस दे विच बहुत सारे शब्द ऐसे ने जिन्हां दा उच्चारण विच जिस तरह ओहड़ी, ओहड़ी शब्द जदों असीं बोलदे आ तां ओह साडे मूंह दे विचों आवाज जिहड़ी है कनौड़े दी आम तौर ते निकलदी है, पर जदों असीं इहनूं लिखती रूप दिंदे आ तां इह शब्द जिहड़ा औंकड़ दी आवाज दिंदा है आहूड़ी। तां इस तरह नाल शब्द है उदाहरण दे तौर ते वोहटी, और वोहटी शब्द दे विच भी कनौड़े दी आवाज दे रहा है, पर जदों असीं इसनूं लिखती रूप दे विच उच्चारण करदे आ तां इह शब्द बन जांदा है वोहटी। तो इस तरह नाल 6वें नंबर ते लगा है जो दुलैंकड़, दुलैंकड़ लगा जो है वो अखर दे पैर विच पैंदी है। तो इस दे विच भी साडे कोल शब्द है मासूम, मासूम नूं असीं शब्द दे उच्चारण विच बोलदे आ मासूम। तो इस तरह नाल उदाहरण के तौर ते एक शब्द है जासूस। तो इसका जिहड़ा सही उच्चारण है जासूस। जदों उच्चारदे आ तां सानूं पता लगदा भी जदों डुंगाई दे नाल इस शब्द नूं बोलिया जा रहा है, दोहरी आवाज विच बोलिया जा रहा है, तां उस दे थल्ले दुलैंकड़ दी आवाज आ रही है, दुलैंकड़ दी लगा दा पता लग रहा है। तो इस तरह नाल 7वें नंबर ते है साडे कोल होड़ा, होड़े दा जो चिन्ह है वो है अखर दे ऊपर, अखर दे ऊपर पैदा है होड़ा। तो होड़े दे तौर ते साडे कोल शब्द है ओम। हुण ओम दी जिहड़ी है इसका सही उच्चारण जो है ओम। तो इस तरह नाल साडे कोल पंजाबी दे विच एक होर उदाहरण दे तौर ते है ओपरा। हुण ओपरा शब्द जिहड़ा है ऐड़े तो पाया गया है ते ओपरा शब्द ऊड़े तो पाया गया है। ऊड़ा खोल के भी होड़े दी ही उच्चारण नूं समझिया जाता है, क्योंकि गुरबाणी दे विच होड़े दी वरतों गुरुआं द्वारा
जो है ऊड़े ਨੂੰ ਖੋਲ ਕੇ ਕੀਤੀ ਗਈ ਹੈ ਤਾਂ ਕਿ ਉਹ ਤੋਂ ਪਤਾ ਚੱਲਦਾ ਹੈ ਕਿ ਆਵਾਜ਼ ਜਿਹੜਾ ਹੈ ਹੋੜੇ ਦੀ ਕੱਢ ਰਿਹਾ ਹੈ। ਤਾਂ ਇਸ ਤਰ੍ਹਾਂ ਨਾਲ ਪੰਜਾਬੀ ਦੇ ਵਿੱਚ ਸਾਡੇ ਕੋਲ 8ਵਾਂ ਹੈ ਲਗਾ, ਉਹ ਹੈ ਕਨੋੜਾ। ਕਨੋੜੇ ਦੀ ਵਰਤੋਂ ਵੀ ਅੱਖਰ ਦੇ ਉੱਪਰ ਹੀ ਹੁੰਦੀ ਹੈ, ਪਰ ਇਸ ਦੀ ਆਵਾਜ਼ ਜਿਹੜੀ ਹੈ ਉਹ ਦੋਹਰੀ ਆਵਾਜ਼ ਹੁੰਦੀ ਹੈ, ਜਿਸ ਦੇ ਉਚਾਰਨ ਤੋਂ ਅਸੀਂ ਲਹਿਜੇ ਨਾਲ ਅੱਖਰਾਂ ਦੀ ਬਣਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹੋੜੇ ਤੇ ਕਨੋੜੇ ਦੇ ਵਿੱਚ ਆਮ ਤੌਰ ਤੇ ਸ਼ਬਦ ਜੋੜਾਂ ਦੇ ਵਿੱਚ ਬਹੁਤ ਸਾਰੀਆਂ ਸ਼ੁੱਧੀਆਂ ਆ ਜਾਂਦੀਆਂ ਨੇ। ਤਾਂ ਇਹਨਾਂ ਸ਼ੁੱਧੀਆਂ ਨੂੰ ਦੂਰ ਕਰਨ ਲਈ ਇਹਨਾਂ ਦੀ ਮੂਲ ਰੂਪ ਵਿੱਚ ਅਭਿਆਸ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ। ਜਿਸ ਤਰ੍ਹਾਂ ਸਾਡੇ ਕੋਲ ਉਦਾਹਰਨ ਦੇ ਤੌਰ ਤੇ ਸ਼ਬਦ ਹੈ ਔਰਤ। ਹੁਣ ਔਰਤ ਨੂੰ ਊੜੇ ਦੇ ਨਾਲ ਇੱਥੇ ਦਰਸਾਇਆ ਗਿਆ ਹੈ ਹੋੜੇ ਦੇ ਨਾਲ, ਤਾਂ ਇਸ ਦਾ ਸਹੀ ਉਚਾਰਨ ਜਿਹੜਾ ਹੈ ਉਹ ਹੈ ਐੜੇ ਨਾਲ, ਤੇ ਐੜੇ ਉੱਤੇ ਕਨੋੜੇ ਦੀ ਆਵਾਜ਼ ਤੋਂ ਭਾਵ ਹੈ ਔਰਤ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਪੰਜਾਬੀ ਦੇ ਵਿੱਚ ਔਖਾ। ਹੁਣ ਔਖਾ ਸ਼ਬਦ ਜਿਹੜਾ ਹੈ ਪੈਣਾ ਤਾਂ ਉਹ ਐੜੇ ਨਾਲ ਹੀ ਹੈ, ਪਰ ਇੱਥੇ ਉਚਾਰਨ ਜਿਹੜਾ ਹੈ ਉਹ ਜਿਹੜੀ ਧੁਨੀ ਹੈ ਉਹਦਾ ਦੋਹਰੀ ਆਵਾਜ਼ ਵਿੱਚ ਹੋ ਰਿਹਾ ਔਖਾ। ਤਾਂ ਔਖਾ ਦੇ ਵਿੱਚ ਜਦੋਂ ਦੋਹਰੀ ਸਾਊਂਡ ਜਿਹੜੀ ਹੈ ਦੋਹਰੀ ਧੁਨੀ ਦਾ ਉਚਾਰਨ ਹੋ ਰਿਹਾ ਤਾਂ ਅਸੀਂ ਉਹ ਤੋਂ ਸਮਝਦੇ ਹਾਂ ਕਿ ਇਹ ਜਿਹੜੀ ਕਨੋੜੇ ਦੀ ਆਵਾਜ਼ ਦੇ ਰਹੀ ਹੈ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ 9ਵੀਂ ਜਿਹੜੀ ਲਗਾ ਹੈ ਉਹ ਹੈ ਲਾਂ। ਲਾਂ ਦੀ ਜੋ ਬਣਤਰ ਹੈ, ਲਾਂ ਦੀ ਜੋ ਹੈ ਉਹ ਅੱਖਰ ਦੇ ਉੱਪਰ ਹੀ ਪੈਂਦੀ ਹੈ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਪੰਜਾਬੀ ਦੇ ਵਿੱਚ ਸ਼ਬਦ ਹੈ ਇੱਧਰ। ਹੁਣ ਇੱਧਰ ਸ਼ਬਦ ਜਿਹੜਾ ਹੈ ਉਹ ਐੜੇ ਨਾਲ ਦਰਸਾਇਆ ਗਿਆ ਹੈ ਉਦਾਹਰਨ ਦੇ ਤੌਰ ਤੇ, ਜਦਕਿ ਇਸ ਦਾ ਸਹੀ ਉਚਾਰਨ ਈੜੀ ਦੇ ਨਾਲ ਹੈ ਇੱਧਰ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਏਕ। ਹੁਣ ਏਕ ਸ਼ਬਦ ਜਿਹੜਾ ਹੈ ਪੰਜਾਬੀ ਦੇ ਵਿੱਚ ਉਹ ਐੜੇ ਨਾਲ ਦਰਸਾਇਆ ਗਿਆ, ਜੋ ਕਿ ਇਸ ਦਾ ਅਸ਼ੁੱਧ ਰੂਪ ਹੈ। ਮੂਲ ਰੂਪ ਵਿੱਚ ਜੋ ਇਸ ਦਾ ਸ਼ੁੱਧ ਰੂਪ ਹੈ ਉਹ ਹੈ ਏਕ। ਤਾਂ ਇਸ ਤਰ੍ਹਾਂ ਪੰਜਾਬੀ ਦੇ ਵਿੱਚ 10ਵੀਂ ਜਿਹੜੀ ਸਾਡੇ ਕੋਲ ਲਗਾ ਹੈ ਉਹ ਹੈ ਦੁਲਾਵਾਂ। ਦੁਲਾਵਾਂ ਦਾ ਜੋ ਚਿੰਨ੍ਹ ਹੈ ਉਹ ਹੈ ਅੱਖਰ ਦੇ ਉੱਪਰ। ਇਹ ਦੋ ਲਾਵਾਂ ਨੇ ਜੋ ਕਿ ਦੋਹਰੀ ਆਵਾਜ਼ ਦਾ ਚਿੰਨ੍ਹ ਹੈ। ਦੋਹਰੀ ਆਵਾਜ਼ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਦੇ ਵਿੱਚ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਐਡਾ। ਹੁਣ ਐਡਾ ਸ਼ਬਦ ਜਿਹੜਾ ਹੈ ਇੱਥੇ ਈੜੀ ਨਾਲ ਦਰਸਾਇਆ ਗਿਆ, ਜੋ ਕਿ ਅਸੀਂ ਉਪਭਾਸ਼ਾਈ ਰੂਪ ਵਿੱਚ ਬੋਲ ਜਾਂਦੇ ਹਾਂ, ਪਰ ਜਦੋਂ ਅਸੀਂ ਉਸ ਨੂੰ ਸਾਹਿਤਿਕ ਰੂਪ ਵਿੱਚ ਲਿਖਦੇ ਹਾਂ ਤਾਂ ਉਸ ਦਾ ਉਚਾਰਨ ਜਿਹੜਾ ਹੈ ਐਡਾ, ਤਾਂ ਐੜੇ ਨਾਲ ਪੈਂਦਾ ਹੈ। ਇਸੇ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਐਨ। ਹੁਣ ਐਨਕ ਸ਼ਬਦ ਜਿਹੜਾ ਹੈ ਉਹ ਈੜੀ ਨਾਲ ਦਰਸਾਇਆ ਗਿਆ, ਜੋ ਕਿ ਅਸੀਂ ਉਪਭਾਸ਼ਾਈ ਰੂਪ 'ਚ ਉਚਾਰਨ ਵਿੱਚ ਕਰਦੇ ਹਾਂ, ਪਰ ਜਦੋਂ ਉਸ ਨੂੰ ਲਿਖਤੀ ਰੂਪ 'ਚ ਦਰਸਾਇਆ ਜਾਵੇ ਤਾਂ ਉਸ ਦਾ ਉਚਾਰਨ ਜਿਹੜਾ ਹੈ ਐਨਕ ਹੁੰਦਾ ਹੈ। ਤਾਂ ਇਸ ਤਰ੍ਹਾਂ ਅਸੀਂ ਇਹ ਪੰਜਾਬੀ ਦੇ 10 ਲਗਾ ਜਿਨ੍ਹਾਂ ਦੇ ਸ਼ੁੱਧ ਤੇ ਅਸ਼ੁੱਧ ਬਾਰੇ ਤੁਹਾਡੇ ਨਾਲ ਮੈਂ ਉਦਾਹਰਨਾਂ ਸਾਂਝੀਆਂ ਕੀਤੀਆਂ ਨੇ, ਕਿਉਂਕਿ ਇਸ ਦੀ ਡਿਕਟੇਸ਼ਨ ਜਿਹੜੀ ਹੈ, ਇਸ ਦਾ ਅਭਿਆਸ ਜਿਹੜਾ ਹੈ ਸਮੇਂ-ਸਮੇਂ ਤੇ ਸ਼ਬਦਾਵਲੀ ਦਾ ਉਹ ਜਾਣਨਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਦੂਸਰੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਇਹਦੇ ਵਿੱਚ ਲਗਾਖਰਾਂ ਦੇ ਜੋੜ ਸੰਬੰਧੀ ਨਿਯਮ। ਲਗਾਖਰ ਜੋ ਕਿ ਲਗਾ ਦੇ ਨਾਲ ਤੇ ਅੱਖਰ ਦੇ ਨਾਲ, ਜੋ ਲਗਾ ਤੇ ਅੱਖਰ ਦੇ ਨਾਲ ਅੱਖਰ ਦੇ ਉੱਪਰ ਜਿਸ ਦੀ ਵਰਤੋਂ ਹੁੰਦੀ ਹੈ, ਲਗਾ ਦੇ ਨਾਲ ਵਰਤੋਂ ਹੁੰਦੀ ਹੈ ਤੇ ਅੱਖਰ ਦੇ ਉੱਪਰ ਇਸ ਦੀ ਵਰਤੋਂ ਹੁੰਦੀ ਹੈ, ਖਾਸ ਤੌਰ ਤੇ ਜੋ ਕਿ ਸਾਡੇ ਕੋਲ ਪੰਜਾਬੀ 'ਚ 3 ਲਗਾਖਰ ਮੰਨੇ ਗਏ ਨੇ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਲਗਾਖਰ ਹੈ ਬਿੰਦੀ। ਬਿੰਦੀ ਜਿਹੜੀ ਹੈ ਇਹ ਇੱਕ ਨਾਸਕੀ ਧੁਨੀ ਵੀ ਹੈ। ਇਹ ਨਾਸਕੀ ਧੁਨੀ ਹੈ ਜਿਸ ਦੀ ਆਵਾਜ਼ ਨੱਕ ਰਾਹੀਂ ਵੀ ਦੁਹਰਾਈ ਜਾਂਦੀ ਹੈ। ਤਾਂ ਇਸ ਦੇ ਵਿੱਚ ਲਗਾਖਰ ਜਿਹੜੇ ਹੈ ਉਹ 6 ਲਗਾਖਰ ਨੇ, ਸਾਡੇ ਕੋਲ 6 ਲਗਾ ਨੇ, ਜਿਨ੍ਹਾਂ ਦੇ ਵਿੱਚ ਇਸ ਲਗਾਖਰ ਬਿੰਦੀ ਦੀ ਵਰਤੋਂ ਹੁੰਦੀ ਹੈ। ਉਹ ਕਿਹੜੀਆਂ 6 ਲਗਾ ਹਨ? ਜਿਸ ਦੇ ਵਿੱਚ ਕੰਨਾ ਹੈ, ਬਿਹਾਰੀ ਹੈ, ਲਾਂ ਹੈ, ਦੁਲਾਂ ਹੈ, ਹੋੜਾ ਹੈ, ਕਨੋੜਾ ਹੈ। ਤਾਂ ਇਹ ਜਿਹੜੇ ਸਾਡੇ ਕੋਲ 6 ਲਗਾ ਨੇ, ਜਿਨ੍ਹਾਂ ਦੇ ਨਾਲ ਪੰਜਾਬੀ ਦੇ ਵਿੱਚ ਇਸ ਬਿੰਦੀ ਲਗਾਖਰ ਦੀ ਵਰਤੋਂ ਹੁੰਦੀ ਹੈ, ਜਿਸ ਦੇ ਵਿੱਚ ਉਦਾਹਰਨ ਦੇ ਤੌਰ ਤੇ ਸ਼ਬਦ ਹੈ ਮਾਂ, ਪੈਂਡਾ, ਲੌਂਗ, ਰੋਂਦਾ, ਜਾਏਗਾ। ਤਾਂ ਇਸ ਤਰ੍ਹਾਂ ਨਾਲ ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਸਾਨੂੰ ਮਿਲ ਜਾਂਦੇ ਨੇ, ਜਿਨ੍ਹਾਂ ਦੀ ਵਰਤੋਂ ਬਿੰਦੀ ਦੀ ਖਾਸ ਤੌਰ ਤੇ ਲਗਾਖਰ ਦੀ ਕੀਤੀ ਜਾਂਦੀ ਹੈ। ਤਾਂ ਨੰਬਰ 2 ਤੇ ਹੈ ਲਗਾਖਰ ਟਿੱਪੀ। ਟਿੱਪੀ ਦੀ ਬਣਤਰ ਹੈ ਅੱਖਰ ਦੇ ਉੱਪਰ। ਤਾਂ ਇਹ 4 ਲਗਾ ਦੇ ਨਾਲ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਪੰਜਾਬੀ ਦੇ ਵਿੱਚ 4 ਲਗਾ ਉਹ ਕਿਹੜੀਆਂ ਨੇ ਜਿਨ੍ਹਾਂ ਦੇ ਨਾਲ ਇਸ ਦੀ ਵਰਤੋਂ ਖਾਸ ਤੌਰ ਤੇ ਕੀਤੀ ਜਾਂਦੀ ਹੈ, ਜਿਹਦਾ ਧਿਆਨ ਰੱਖਣਾ ਲਾਜ਼ਮੀ ਹੈ। ਇੱਕ ਹੈ ਮੁਕਤਾ, ਜਿਸ ਦਾ ਉਚਾਰਨ ਅ ਦੇ ਵਿੱਚ ਹੈ, ਸਿਹਾਰੀ, ਔਂਕੜ ਤੇ ਤੁਲੈਂਕੜ। ਇਹ 4 ਲਗਾ ਨੇ ਜਿਨ੍ਹਾਂ ਨਾਲ ਟਿੱਪੀ ਦੀ ਮੂਲ ਰੂਪ ਵਿੱਚ ਲਗਾਖਰ ਦੀ ਵਰਤੋਂ ਕੀਤੀ ਜਾਂਦੀ ਹੈ। ਟਿੱਪੀ ਤੇ ਬਿੰਦੀ ਇਹ ਦੋਨੋਂ ਹੀ ਨਾਸਕੀ ਅਨੁਨਾਸਿਕ ਧੁਨੀਆਂ ਦੇ ਰੂਪ ਵਿੱਚ ਵੀ ਉਚਾਰਨ ਕੀਤੀਆਂ ਜਾਂਦੀਆਂ ਨੇ। ਤਾਂ ਇਹਦੇ ਵਿੱਚ ਸਾਡੇ ਕੋਲ ਉਦਾਹਰਨ ਦੇ ਤੌਰ ਤੇ ਸ਼ਬਦ ਹੈ ਸੰਤ, ਕੁੰਡਾ, ਮੁੰਡਾ, ਹਿੰਗ। ਤਾਂ ਇਹ ਸਿਹਾਰੀ ਤੋਂ ਪਤਾ ਦਰਸਾ ਰਹੀ ਹੈ, ਇਹ ਔਂਕੜ ਦਾ ਦਰਸਾ ਰਹੀ ਹੈ, ਇਹ ਤੁਲੈਂਕੜ ਦਾ ਤੇ ਮੁਕਤਾ ਦਾ।
ਤਾਂ ਇਸੇ ਤਰ੍ਹਾਂ ਨਾਲ ਸਾਡੇ ਕੋਲ ਤੀਜੇ ਨੰਬਰ ਤੇ ਜੋ ਲਗਾ ਅੱਖਰ ਆਂਦਾ ਹੈ ਉਹ ਹੈ ਅਦਕ। ਅਦਕ ਨੂੰ ਅਸੀਂ ਬਲ ਵੀ ਕਹਿੰਦੇ ਆ ਕਿਉਂਕਿ ਇਸ ਦੀ ਆਵਾਜ਼ ਜਿਹੜੀ ਹੈ ਦੋਹਰੇ ਰੂਪ ਵਿੱਚ ਉਚਾਰਨ ਕੀਤੀ ਜਾਂਦੀ। ਜਦੋਂ ਸ਼ਬਦ ਦੇ ਦੂਜੇ ਦੋਹਰੀ ਆਵਾਜ਼ ਦੇ ਵਿੱਚ ਸ਼ਬਦ ਦੇ ਵਿੱਚ ਅੱਖਰ ਦੇ ਉੱਤੇ ਦੋਹਰੀ ਉਚਾਰਨ ਧੁਨੀ ਦਾ ਉਚਾਰਨ ਹੁੰਦਾ ਹੈ ਤਾਂ ਅਸੀਂ ਉੱਥੇ ਇਸ ਅਦਕ ਦੀ ਵਰਤੋਂ ਕਰਦੇ ਹਾਂ ਕਿਉਂਕਿ ਹਿੰਦੀ ਦੇ ਵਿੱਚ ਅਦਕ ਜਿਹੜਾ ਹੈ ਉਹ ਅਦਕ ਦੀ ਥਾਂ ਤੇ ਹਿੰਦੀ ਦੇ ਵਿੱਚ ਅੱਧੇ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅੰਗਰੇਜ਼ੀ ਦੇ ਵਿੱਚ ਡਬਲ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਸਾਡੇ ਕੋਲ ਪੰਜਾਬੀ ਦੇ ਵਿੱਚ ਕੋਈ ਨਾ ਤਾਂ ਅੱਧਾ ਅੱਖਰ ਹੈ ਨਾ ਹੀ ਕੋਈ ਡਬਲ ਅੱਖਰ ਦੀ ਵਰਤੋਂ ਹੁੰਦੀ ਸ਼ਬਦ ਦੇ ਰਾਹੀਂ। ਤਾਂ ਇਸ ਦੇ ਲਈ ਅਦਕ ਇੱਕ ਚਿੰਨ੍ਹ ਦਰਸਾਇਆ ਗਿਆ ਹੈ ਜੋ ਕਿ ਤਿੰਨ ਲਗਾ ਦੇ ਨਾਲ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਹੈ ਮੁਕਤਾ, ਸਿਹਾਰੀ ਤੇ ਔਂਕੜ। ਮੁਕਤਾ, ਸਿਹਾਰੀ ਤੇ ਔਂਕੜ ਦੇ ਨਾਲ ਖਾਸ ਤੌਰ ਤੇ ਇਸ ਲਗਾ ਅੱਖਰ ਦੀ ਵਰਤੋਂ ਹੁੰਦੀ ਹੈ ਜੋ ਕਿ ਇਸ ਪ੍ਰਕਾਰ ਹੈ ਮਤ, ਜੋ ਕਿ ਮੁਕਤਾ ਦਾ ਪੱਤ, ਇਹ ਵੀ ਮੁਕਤਾ ਦਾ ਪੱਟ, ਮੁਕਤਾ, ਜੁੱਟ, ਚਿੱਤ, ਨਿਤ। ਇਹ ਸਿਹਾਰੀ ਤੇ ਔਂਕੜ ਨੂੰ ਦਰਸਾ ਰਹੇ ਸ਼ਬਦਾਂ ਦੀ ਉਦਾਹਰਨ ਹੈ। ਜ਼ਿਆਦਾਤਰ ਪੰਜਾਬੀ ਦੇ ਵਿੱਚ ਦੋਹਰੀ ਆਵਾਜ਼ ਦੇ ਚਿੰਨ੍ਹ ਕਿਹੜੇ ਦਰਸਾਏ ਜਾਂਦੇ ਨੇ? ਚੱਚਾ, ਲੱਲਾ, ਪੱਪਾ ਤੇ ਖੱਖਾ। ਇਹ ਖਾਸ ਤੌਰ ਤੇ ਅਜਿਹੇ ਅੱਖਰ ਨੇ ਜਿਨ੍ਹਾਂ ਦੀ ਆਵਾਜ਼ ਦੋਹਰੀ ਹੁੰਦੀ ਹੈ ਜਿਸ ਦੇ ਉੱਤੇ ਖਾਸ ਤੌਰ ਤੇ ਅਦਕ ਦੀ ਵਰਤੋਂ ਜਿਹੜੀ ਹੈ ਉਹ ਲਗਾ ਅੱਖਰ ਦੀ ਕੀਤੀ ਜਾਂਦੀ ਹੈ। ਇਹ ਸੀ ਦੂਸਰੇ ਅਧਿਆਏ ਦੇ ਵਿੱਚ ਸ਼ਬਦ ਜੋੜਾਂ ਦੇ ਵਿੱਚ ਲਗਾ ਅੱਖਰਾਂ ਦੀ ਵਰਤੋਂ ਕਿਸ ਤਰ੍ਹਾਂ ਨਾਲ ਕੀਤੀ ਜਾਵੇ, ਉਹਦੇ ਲਈ ਕਿਹੜੇ ਨਿਯਮਾਂ ਦੀ ਜ਼ਰੂਰਤ ਹੈ ਜਾਣਨ ਦੀ, ਉਹ ਸੀ ਇਸ ਪ੍ਰਕਾਰ। ਹੁਣ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਤੀਸਰੇ ਰੂਪ ਦੇ ਬਾਰੇ, ਵਰਨਾਂ ਦੇ ਜੋੜ ਸੰਬੰਧੀ। ਪੰਜਾਬੀ ਦੇ ਵਿੱਚ ਬਹੁਤ ਸਾਰੇ ਵਰਨ ਅਜਿਹੇ ਆ ਜਾਂਦੇ ਨੇ ਜਿਹੜੇ ਸਾਨੂੰ ਇੱਕ ਦਿੱਕਤ ਦਾ ਰੂਪ ਧਾਰਨ ਕਰ ਦਿੰਦੇ ਨੇ ਜਿਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਜੋ ਸ਼ਬਦ ਦਾ ਉਚਾਰਨ ਕਰ ਰਹੇ ਹਾਂ, ਜਿਸ ਧੁਨੀ ਦਾ ਉਚਾਰਨ ਕਰ ਰਹੇ ਹਾਂ, ਉਹ ਇਨ ਬਿਨ ਉਹ ਧੁਨੀ ਦਾ ਉਚਾਰਨ ਜਿਹੜਾ ਹੈ ਉਸ ਰੂਪ ਦੇ ਵਿੱਚ ਅਸੀਂ ਕਰ ਰਹੇ ਹਾਂ। ਉੱਥੇ ਜਾ ਕੇ ਸਾਡੀਆਂ ਬਹੁਤ ਸਾਰੀਆਂ ਅਸ਼ੁੱਧੀਆਂ ਜਿਹੜੀਆਂ ਨੇ ਉਹ ਸ਼ਬਦ ਜੋੜਾਂ ਦੇ ਵਿੱਚ ਵਰਨਾਂ ਦੇ ਸ਼ਬਦ ਜੋੜ ਦੇ ਵਿੱਚ ਆਉਂਦੀ ਹੈ। ਵਰਨ ਦੇ ਵਿੱਚ ਜਦੋਂ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ ਉੱਥੇ ਸਾਡੇ ਕੋਲ ਇਹ ਅਸ਼ੁੱਧੀਆਂ ਦੇਖਣ ਨੂੰ ਮਿਲਦੀਆਂ ਨੇ। ਜਿਸ ਤਰ੍ਹਾਂ ਨਾਲ ਸਭ ਤੋਂ ਪਹਿਲੀ ਅਸ਼ੁੱਧੀ ਦੀ ਗੱਲ ਕਰ ਰਿਹਾ ਮੈਂ, ਗੱਗੇ ਅਤੇ ਘੱਗੇ ਦੀ ਵਰਤੋਂ। ਗੱਗੇ ਤੇ ਘੱਗੇ ਦੀ ਆਮ ਤੌਰ ਤੇ ਗਲਤੀ ਜਿਹੜੀ ਹੈ ਉਹ ਵਿਦਿਆਰਥੀ ਲੋਕ ਕਰ ਜਾਂਦੇ ਨੇ। ਜਿਸ ਤਰ੍ਹਾਂ ਦੇ ਵਿੱਚ ਆ ਜਾਂਦੇ ਸ਼ਬਦ ਕੰਗੀ। ਹੁਣ ਕੰਗੀ ਦੇ ਵਿੱਚ ਜਿਹੜਾ ਸ਼ਬਦ ਹੈ ਜੀ ਅਸੀਂ ਇਹਦਾ ਉਚਾਰਨ ਗ ਦੇ ਨਾਲ ਕਰ ਰਹੇ ਹਾਂ, ਕੰਗੀ, ਕੰਗੀ। ਹੁਣ ਦੋਹਰੀ ਆਵਾਜ਼ ਦੇ ਵਿੱਚ ਜਦੋਂ ਅਸੀਂ ਉਚਾਰਨ ਕਰਦੇ ਹਾਂ ਤਾਂ ਘੱਗੇ ਦੀ ਆਵਾਜ਼ ਹੈ ਤੇ ਜਦੋਂ ਅਸੀਂ ਇਸ ਨੂੰ ਇਕਹਿਰੀ ਆਵਾਜ਼ ਦੇ ਵਿੱਚ ਉਚਾਰਨ ਕਰਦੇ ਤਾਂ ਸ਼ਬਦ ਹੈ ਕੰਗੀ। ਤਾਂ ਇਸੇ ਤਰ੍ਹਾਂ ਨਾਲ ਸਾਡੇ ਕੋਲ ਉਦਾਹਰਨ ਦੇ ਤੌਰ ਤੇ ਸ਼ਬਦ ਹੈ ਤਾਂਗ, ਜਿਸ ਦਾ ਉਚਾਰਨ ਕਰ ਰਹੇ ਹਾਂ। ਜਦੋਂ ਅਸੀਂ ਇਸ ਨੂੰ ਦੋਹਰੀ ਆਵਾਜ਼ ਵਿੱਚ ਉਚਾਰਨ ਕਰਾਂਗੇ ਤਾਂਗ ਤਾਂ ਅਸੀਂ ਉੱਥੇ ਇਸ ਦਾ ਉਚਾਰਨ ਲਹਿਜੇ ਨਾਲ ਸਮਝ ਜਾਾਂਗੇ ਵੀ ਘੱਗੇ ਦੀ ਆਵਾਜ਼ ਆ। ਤਾਂ ਇਸ ਤਰ੍ਹਾਂ ਨਾਲ ਦੂਸਰੇ ਨੰਬਰ ਤੇ ਜੱਜੇ ਅਤੇ ਝੱਜੇ ਦੀ ਵਰਤੋਂ। ਜੱਜੇ ਤੇ ਝੱਜੇ ਦੇ ਵਿੱਚ ਵੀ ਆਮ ਤੌਰ ਤੇ ਬਹੁਤ ਸਾਰੀਆਂ ਅਸ਼ੁੱਧੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਸ਼ਬਦ ਹੈ ਸਾਂਝ। ਹੁਣ ਸਾਂਝ ਸ਼ਬਦ, ਸਾਂਝ ਸਿੰਪਲ ਹੈ ਜਿਸ ਨੂੰ ਅਸੀਂ ਇਕਹਿਰੀ ਆਵਾਜ਼ ਦੇ ਵਿੱਚ ਦੁਹਰਾ ਰਹੇ ਹਾਂ ਤੇ ਜਦੋਂ ਅਸੀਂ ਦੋਹਰੀ ਆਵਾਜ਼ ਦੇ ਵਿੱਚ ਇਸ ਦਾ ਉਚਾਰਨ ਕਰਾਂਗੇ ਸਾਂਝ ਤਾਂ ਉੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਬਿੰਦੀ ਹੈ ਉਹ ਨਾਸਕੀ ਧੁਨੀ ਹੈ ਜੋ ਨੰਨੇ ਦੀ ਆਵਾਜ਼ ਨੂੰ ਤਬਦੀਲ ਕਰਦੀ ਹੈ ਤੇ ਝੱਜਾ। ਇਸ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਬੋਝ। ਹੁਣ ਬੋਝ ਸ਼ਬਦ ਜਿਹੜਾ ਹੈ ਇਸ ਦਾ ਉਚਾਰਨ ਲਹਿਜੇ ਨਾਲ ਹੋ ਗਿਆ। ਜਦੋਂ ਇਸ ਨੂੰ ਦੋਹਰੀ ਆਵਾਜ਼ ਦੇ ਵਿੱਚ ਅਸੀਂ ਉਚਾਰਨ ਕਰਾਂਗੇ ਬੋਝ ਤਾਂ ਝੱਜੇ ਦੀ ਆਵਾਜ਼ ਜਿਹੜੀ ਹੈ ਉਹ ਸਾਨੂੰ ਸਾਫ਼ ਦਿਖਾਈ ਦਿੰਦੀ ਹੈ। ਤਾਂ ਇਸ ਤਰ੍ਹਾਂ ਨਾਲ ਤੀਜੇ ਨੰਬਰ ਤੇ ਹੈ ਨਾਣਾ, ਨਈਆਂ ਅਤੇ ਜੱਜਾ। ਨਈਆਂ ਅਤੇ ਜੱਜੇ ਦੀ ਵਰਤੋਂ ਸੰਬੰਧੀ ਸਾਡੇ ਕੋਲ ਸ਼ਬਦ ਹੈ ਜਿਸ ਤਰ੍ਹਾਂ ਨਾਲ ਜੰਝ। ਹੁਣ ਜੰਝ ਸ਼ਬਦ ਜਿਸ ਨੂੰ ਅਸੀਂ ਵਿਆਹ ਦੇ ਰੂਪ ਵਿੱਚ ਵਰਤਦੇ ਹਾਂ, ਵਿਆਹ, ਬਰਾਤ, ਤਾਂ ਉਸ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਜੰਝ। ਹੁਣ ਇਸ ਦਾ ਜੰਝ ਦਾ ਉਚਾਰਨ ਜਦੋਂ ਅਸੀਂ ਦੋਹਰੀ ਆਵਾਜ਼ 'ਚ ਕਰਾਂਗੇ ਤਾਂ ਜੰਝ। ਇਸ ਤਰ੍ਹਾਂ ਸ਼ਬਦ ਹੈ ਤ੍ਰਿੰਜਣ। ਤਾਂ ਤ੍ਰਿੰਜਣ ਦਾ ਸ਼ਬਦ ਹੈ ਤਿਰੰਜਨ। ਤਾਂ ਤਿਰੰਜਨ ਸ਼ਬਦ ਜਦੋਂ ਅਸੀਂ ਬੋਲਦੇ ਹਾਂ ਤਾਂ ਆਮ ਤੌਰ ਤੇ ਨਾਸਕੀ ਧੁਨੀ ਜਿਹੜੀ ਹੈ ਉਸ ਦਾ ਉਚਾਰਨ ਲਹਿਜੇ ਨਾਲ ਹੁੰਦਾ ਹੈ। ਤਾਂ ਚੌਥੇ ਨੰਬਰ ਤੇ ਹੈ ਜੋ ਖਾਸ ਤੌਰ ਤੇ ਸ਼ਬਦ ਜੋੜਾਂ 'ਚ ਦੇਖਣ ਨੂੰ ਮਿਲਦੀ ਹੈ ਜੱਜੇ ਅਤੇ ਝੱਜੇ ਦੀ ਵਰਤੋਂ। ਜੱਜੇ ਅਤੇ ਝੱਜੇ ਦੀ ਵਰਤੋਂ ਸੰਬੰਧੀ ਵੀ ਜੋ ਸਾਡੇ ਕੋਲ ਸ਼ਬਦ ਹੈ ਯੱਗ ਤੇ ਯੱਗ। ਯੱਗ ਜੋ ਕਿ ਆਦ ਕਾਲ ਦੇ ਵਿੱਚ ਸ਼ਬਦ ਦੀ ਪ੍ਰਾਚੀਨਤਾ ਸੀ, ਹੁਣ ਅੱਜ ਦੇ ਆਧੁਨਿਕ ਦੇ ਰੂਪ ਦੇ ਵਿੱਚ ਇਸ ਦੀ ਵਰਤੋਂ ਯੱਗ ਦੇ ਰੂਪ 'ਚ ਹੋ ਗਈ ਹੈ। ਇਸੇ ਤਰ੍ਹਾਂ ਨਾਲ ਸ਼ਬਦ ਹੈ ਸਾਡੇ ਕੋਲ ਸੰਜਮ। ਸੰਜਮ ਤਾਂ ਇਸ ਨੂੰ ਅਸੀਂ ਜਦੋਂ ਲਹਿਜੇ ਨਾਲ ਬੋਲਦੇ ਹਾਂ ਸੰਜਮ, ਤਾਂ ਸੰਜਮ ਦੀ ਵਰਤੋਂ ਜਿਹੜੀ ਹੈ ਉਹ ਜਈਏ ਦੀ ਥਾਂ ਤੇ ਜੱਜੇ ਦੀ ਹੋਣ ਲੱਗ ਪਈ। ਤਾਂ ਇਸ ਦਾ ਪੰਜਵੇਂ ਨੰਬਰ ਤੇ ਜੋ ਗੱਲ ਹੈ ਸੰਸਕ੍ਰਿਤੀ ਸ਼ਬਦਾਂ ਦੇ ਵਿੱਚ ਜ ਪੰਜਾਬੀ 'ਚ ਮੁਕਤ ਰੂਪ ਵਿੱਚ।
ਹੁਣ ਸੰਸਕ੍ਰਿਤ ਦੀ ਭਾਸ਼ਾ ਦੇ ਵਿੱਚ ਯਈਆ ਜਿਹੜਾ ਸ਼ਬਦ ਸੀ ਉਸ ਦੀ ਵਰਤੋਂ ਬਹੁਤ ਸਾਰੇ ਰੂਪਾਂ ਦੇ ਵਿੱਚ ਹੋਈ ਹੈ। ਕਾਵਿ, ਦ੍ਰਿਸ਼, ਇਹ ਸ਼ਬਦ ਸਾਨੂੰ ਦੇਖਣ ਨੂੰ ਸੁਣਨ ਨੂੰ ਬਹੁਤ ਮਿਲਦੇ ਨੇ, ਪਰ ਜਦੋਂ ਪੰਜਾਬੀ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ਉਹਦੇ 'ਚ ਯਈਆ ਅੱਖਰ ਜਿਹੜਾ ਹੈ ਉਹ ਮੁਕਤ ਹੋ ਗਿਆ, ਖਤਮ ਹੋ ਗਿਆ। ਉਹਦੇ ਵਿੱਚ ਜਿਵੇਂ ਸਾਡੇ ਕੋਲ ਸ਼ਬਦ ਆ ਉਪਾਯ, ਉਪਾ, ਤਾਂ ਉਸ ਨੂੰ ਪੰਜਾਬੀ ਦੇ ਵਿੱਚ ਅੱਜ ਅਸੀਂ ਬੋਲਦੇ ਹਾਂ ਉਪਾ। ਜਿਸ ਤਰ੍ਹਾਂ ਸੰਸਕ੍ਰਿਤ ਦੇ ਵਿੱਚ ਬੋਲਿਆ ਜਾਂਦਾ ਹਿਮਾਲਿਆ, ਤਾਂ ਪੰਜਾਬੀ ਦੇ ਵਿੱਚ ਹੁਣ ਸ਼ਬਦ ਜਿਹੜਾ ਹੈ ਹਿਮਾਲਾ, ਹਿਮਾਲਾ ਦੇ ਵਿੱਚ ਹੀ ਤਬਦੀਲ ਹੋ ਗਿਆ। ਤਾਂ ਇਸ ਤਰ੍ਹਾਂ ਨਾਲ 6ਵੇਂ ਨੰਬਰ ਦੇ ਉੱਤੇ ਆਉਂਦਾ ਹੈ ਵਾਵੇ ਤੇ ਬੱਬੇ ਦੀ ਵਰਤੋਂ, ਵ ਤੇ ਬ। ਹੁਣ ਪੂਰਬ, ਹੁਣ ਪੂਰਬ ਸ਼ਬਦ ਜੋ ਹੈ ਵ ਦੇ ਨਾਲ ਦਰਸਾਇਆ ਗਿਆ, ਪੂਰਬ। ਇਥੋਂ ਅਸੀਂ ਲਹਿਜੇ ਨਾਲ ਇਹਨੂੰ ਸਮਝ ਜਾਂਦੇ ਆ ਕਿ ਇਸ ਦਾ ਸ਼ੁੱਧ ਰੂਪ ਜਿਹੜਾ ਹੈ ਉਹ ਪੂਰਬ ਹੈ। ਇਸ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਵਾਣੀ, ਤੇ ਜਿਸ ਦਾ ਕੀ ਸ਼ੁੱਧ ਰੂਪ ਹੈ ਬਾਣੀ। ਅੱਗੇ ਨੰਨੇ ਤੇ ਨਾਣੇ ਦੀ ਵਰਤੋਂ ਦੀਆਂ ਮੂਲ ਉਦਾਹਰਨਾਂ। ਹੁਣ ਨੰਨੇ ਤੇ ਨਾਣੇ ਦੇ ਵਿੱਚ ਵੀ ਬਹੁਤ ਸਾਰੀ ਅਸੀਂ ਅਸ਼ੁੱਧੀ ਕਰ ਜੰਨੇ ਆ ਸ਼ਬਦ ਜੋੜਾਂ ਦੇ ਵਿੱਚ। ਜਿਸ ਤਰ੍ਹਾਂ ਨਾਲ ਸ਼ਬਦ ਹੈ ਕਰਨਾ, ਕਰਨਾ ਤੇ ਕਰਨਾ। ਇਸ ਤਰ੍ਹਾਂ ਨਾਲ ਸ਼ਬਦ ਹੈ ਸੁੱਟਣਾ ਤੇ ਸੁੱਟਣਾ। ਦੋਨਾਂ ਦਾ ਉਚਾਰਨ ਜਿਹੜਾ ਹੈ ਸਾਡੇ ਤਾਲਵੀ ਵਿਅੰਜਨ ਦੇ ਰਾਹੀਂ ਪਤਾ ਚੱਲਦਾ ਹੈ, ਉਚਾਰਨ ਤੇ ਲਹਿਜੇ ਤੋਂ ਪਤਾ ਚੱਲਦਾ ਹੈ ਕਿ ਸੁੱਟਣਾ ਤੇ ਸੁੱਟਣਾ ਦੇ ਵਿੱਚ ਕੀ ਅੰਤਰਾਲ ਆ ਰਿਹਾ ਹੈ। ਇਸ ਤਰ੍ਹਾਂ 8ਵੇਂ ਨੰਬਰ ਤੇ ਸਾਡੇ ਕੋਲ ਨਾਣਾ ਤੇ ਨੰਨਾ ਦੀ ਵਰਤੋਂ ਸੰਬੰਧੀ। ਹੁਣ ਨਾਣੇ ਤੇ ਨੰਨੇ ਦੇ ਵਿੱਚ ਵੀ ਬਹੁਤ ਸਾਰੇ ਅਸ਼ੁੱਧੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ। ਜਿਸ ਤਰ੍ਹਾਂ ਸਾਧਾਰਨ, ਤਾਂ ਇਸ ਦਾ ਅਸੀਂ ਉਚਾਰਨ ਜਿਸ ਤਰ੍ਹਾਂ ਲਹਿਜੇ ਨਾਲ ਕਰਦੇ ਹਾਂ ਜੋ ਕਿ ਸ਼ੁੱਧ ਰੂਪ ਵਿੱਚ ਹੈ ਸਧਾਰਨ। ਇਸ ਤਰ੍ਹਾਂ ਨਾਲ ਸਾਡੇ ਕੋਲ ਅਸ਼ੁੱਧ ਰੂਪ ਹੈ ਸੜਨ, ਤੇ ਇਸ ਦਾ ਜਿਹੜਾ ਸ਼ੁੱਧ ਰੂਪ ਹੈ ਉਹ ਹੈ ਸੜਨ। ਨਾਣੇ ਦੀ ਥਾਂ ਤੇ ਨੰਨੇ ਦੀ ਵਰਤੋਂ। 9ਵੇਂ ਨੰਬਰ ਤੇ ਹੈ ਬੱਬੇ ਅਤੇ ਭੱਬੇ ਦੀ ਵਰਤੋਂ। ਹੁਣ ਕਈ ਸ਼ਬਦ ਜੋੜਾਂ ਦੇ ਵਿੱਚ ਬੱਬਾ ਤੇ ਕਈ ਸ਼ਬਦਾਂ ਦੇ ਵਿੱਚ ਭੱਬੇ ਦੀ ਵਰਤੋਂ ਖਾਸ ਤੌਰ ਤੇ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਸਾਡੇ ਕੋਲ ਸ਼ਬਦ ਹੈ ਗੋਭੀ। ਹੁਣ ਗੋਭੀ ਸ਼ਬਦ ਜੋ ਹੈ ਉਹਨਾਂ ਦੇ ਵਿੱਚ ਅਸੀਂ ਸਹਿਜ ਨਾਲ ਦੇਖ ਸਕਦੇ ਹਾਂ ਕਿ ਜਿਸ ਵਿੱਚ ਅਸੀਂ ਗੱਲ ਕਰ ਰਹੇ ਹਾਂ ਬੱਬੇ, ਤਾਂ ਇਹਦੇ ਵਿੱਚ ਸਾਡੇ ਕੋਲ ਸ਼ਬਦ ਦੇਖਣ ਨੂੰ ਮਿਲਦਾ ਬੱਬੇ ਦੇ ਨਾਲ, ਜਿਸ ਦਾ ਕਿ ਸ਼ੁੱਧ ਰੂਪ ਜਿਹੜਾ ਹੈ ਉਹ ਹੈ ਗੋਭੀ। ਇਸ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਭਾਬੀ, ਤਾਂ ਭਾਬੀ ਦਾ ਉਚਾਰਨ ਜਿਹੜਾ ਸਹੀ ਰੂਪ ਦੇ ਵਿੱਚ ਜੋ ਸ਼ੁੱਧ ਰੂਪ ਵਿੱਚ ਹੈ ਉਹ ਹੈ ਬੱਬੇ ਦੇ ਨਾਲ ਭਾਬੀ, ਭਾਬੀ ਨਹੀਂ ਹੈ ਭਾਬੀ। ਇਸ ਤਰ੍ਹਾਂ ਨਾਲ 10ਵੇਂ ਨੰਬਰ ਤੇ ਹੈ ਪੈਰ ਵਿੱਚ ਬਿੰਦੀ ਵਾਲੇ ਅੱਖਰ ਦੀ ਵਰਤੋਂ। ਇਹ ਵੀ ਖਾਸ ਤੌਰ ਤੇ ਅਸੀਂ ਦੇਖਦੇ ਹਾਂ ਕਿ ਪੈਰ ਵਿੱਚ ਬਿੰਦੀ ਦੀ ਵਰਤੋਂ ਫਾਰਸੀ ਦੇ ਵਿੱਚੋਂ ਇਹ ਆਈ ਹੈ। ਫਾਰਸੀ ਦੇ ਸ਼ਬਦਾਂ ਦੇ ਅਨੁਕੂਲ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਉਹਦੇ ਵਿੱਚ ਅਸੀਂ ਸ਼ਬਦ ਹੈ ਕਾਫੀ, ਤਾਂ ਕਾਫੀ ਦੇ ਵਿੱਚ ਅਸੀਂ ਜਦੋਂ ਫੱਫੇ ਪੈਰ ਬਿੰਦੀ ਪਾਉਂਦੇ ਆ, ਖੁਸ਼, ਖੁਸ਼ ਦੇ ਖੱਕੇ ਪੈਰ ਬਿੰਦੀ ਹੈ। ਤਾਂ ਇਸ ਤਰ੍ਹਾਂ ਨਾਲ 6 ਜਿਹੜੇ ਸਾਡੇ ਕੋਲ ਪੰਜਾਬੀ ਦੇ ਵਿੱਚ ਵਰਨ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਫਾਰਸੀ ਦੇ ਵਿੱਚੋਂ ਲਏ ਗਏ ਨੇ, ਜਿਨ੍ਹਾਂ ਵਿੱਚ ਪੈਰ 'ਚ ਬਿੰਦੀ ਪਾਈ ਜਾਂਦੀ ਹੈ, ਜੋ ਕਿ ਇੱਕ ਅਸ਼ੁੱਧ ਤੇ ਸ਼ੁੱਧ ਦਾ ਉਚਾਰਨ ਰੂਪ ਦਰਸਾਉਂਦੀ। ਤਾਂ ਉਸ ਤੋਂ ਅੱਗੇ ਹੈ 11ਵੇਂ ਨੰਬਰ ਤੇ, ਜਿਸ ਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਨ ਜਾ ਰਿਹਾ ਮੈਂ, ਦੱਦੇ ਅਤੇ ਧੱਦੇ ਦੀ ਵਰਤੋਂ। ਦੱਦੇ ਅਤੇ ਧੱਦੇ ਦੀ ਵਰਤੋਂ ਸੰਬੰਧੀ ਜਿਸ ਤਰ੍ਹਾਂ ਦੇ ਸਾਡੇ ਕੋਲ ਸ਼ਬਦ ਹੈ ਅਸ਼ੁੱਧ ਰੂਪ ਵਿੱਚ ਸਾਧੂ, ਜਿਸ ਦਾ ਸ਼ੁੱਧ ਰੂਪ ਹੈ ਸਾਧੂ। ਇਸ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਦੁੱਧ, ਦੁੱਧ ਦਾ ਸ਼ੁੱਧ ਰੂਪ ਹੈ ਦੁੱਧ। ਦ ਤੇ ਧ ਦੀ ਉਚਾਰਨ ਦੇ ਵਿੱਚ ਲਹਿਜੇ ਨਾਲ ਹੀ ਪਤਾ ਲੱਗ ਜਾਂਦਾ, ਇਕਹਿਰੀ ਆਵਾਜ਼ ਤੋਂ ਤੇ ਦੋਹਰੀ ਆਵਾਜ਼ ਤੋਂ। 12ਵੇਂ ਨੰਬਰ ਤੇ ਸਾਡੇ ਕੋਲ ਅਜੋਕੀ ਪੰਜਾਬੀ ਦੀ ਸ਼ਬਦਾਵਲੀ। ਅੱਜ ਪੰਜਾਬੀ ਦੀ ਅਜੋਕਲੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਅਨੁਵਾਦ ਦੇ ਰੂਪ ਵਿੱਚ ਹੋ ਰਹੀਆਂ ਨੇ, ਜੋ ਕਿ ਮੈਂ ਤੁਹਾਡੇ ਨਾਲ ਪਹਿਲੇ ਵੀ ਸਪਸ਼ਟ ਗੱਲ ਕੀਤੀ ਹੈ ਕਿ ਅੱਜ ਅੰਗਰੇਜ਼ੀ ਦੇ ਇਨ ਬਿਨ ਸ਼ਬਦ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਮੂਲ ਰੂਪ ਵਿੱਚ ਵਰਤੇ ਜਾਣ ਲੱਗ ਪਏ ਨੇ। ਜਿਸ ਤਰ੍ਹਾਂ ਨਾਲ ਰੈਫਰੀ ਹੈ, ਪ੍ਰਾਈਵੇਟ, ਪ੍ਰੋਜੈਕਟ, ਡਾਇਰੈਕਟਰ, ਡਾਇਰੀ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਹੈ। ਟੇਬਲ, ਮਾਰਕਰ, ਕੰਪਿਊਟਰ, ਕੀਬੋਰਡ, ਮਾਊਸ, ਉਹਨਾਂ ਨੂੰ ਅਸੀਂ ਇਨ ਬਿਨ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਹੈ। ਤਾਂ ਇਹ ਜੋ ਕਿ ਪੰਜਾਬੀ ਦੀ ਸ਼ਬਦਾਵਲੀ ਦੇ ਵਿੱਚ ਤਬਦੀਲੀ ਆ ਗਈ, ਸ਼ੁਰੂ ਹੋ ਗਈ। ਤਾਂ 13ਵੇਂ ਰੂਪ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਮੈਂ ਡੱਡੇ ਅਤੇ ਢੱਡੇ ਦੀ ਵਰਤੋਂ ਸੰਬੰਧੀ। ਡੱਡੇ ਤੇ ਢੱਡੇ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਲਹਿਜੇ ਦੇ ਨਾਲ ਸ਼ੁੱਧ ਤੇ ਅਸ਼ੁੱਧ ਰੂਪ ਦਾ ਪਤਾ ਲੱਗਦਾ ਹੈ, ਜਿਸ ਦੇ ਵਿੱਚ ਅਸ਼ੁੱਧ ਰੂਪ ਹੈ ਵੱਡਾ। ਹੁਣ ਇੱਥੇ ਦੋਹਰੀ ਆਵਾਜ਼ ਦਰਸਾਈ ਜਾ ਰਹੀ, ਜਦਕਿ ਇਸ ਦਾ ਸ਼ੁੱਧ ਰੂਪ ਜਿਹੜਾ ਹੈ ਉਹ ਹੈ ਵੱਡਾ। ਇਸ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਟੇਢਾ। ਟੇਢੇ ਦਾ ਉਚਾਰਨ ਅਸੀਂ ਲਹਿਜੇ ਨਾਲ ਇਕਹਿਰੀ ਆਵਾਜ਼ 'ਚ ਕਰ ਰਹੇ ਹਾਂ, ਜਦਕਿ ਇਸ ਦੀ ਆਵਾਜ਼ ਦਾ ਉਚਾਰਨ ਜਿਹੜਾ ਸਹੀ ਰੂਪ ਵਿੱਚ ਹੈ ਟੇਢਾ, ਟੇਢਾ। ਹੁਣ ਜਦੋਂ ਅਸੀਂ ਟੇਢਾ ਬੋਲਦੇ ਹਾਂ ਤਾਂ ਢੱਡਾ ਜਿਹੜਾ ਹੈ ਉਹ ਦੋਹਰੀ ਉਚਾਰਨ ਦੇ ਨਾਲ ਇਸਦੀ
ਬੰਤਰ ਨੂੰ ਪ੍ਰਾਣ ਨੂੰ ਪੇਸ਼ ਕਰਦਾ ਹੈ, ਕਿਉਂਕਿ ਇਹ ਧੁਨੀਆਂ ਜਿਹੜੀਆਂ ਅਲਪ ਪ੍ਰਾਣ ਤੇ ਮਹਾਪ੍ਰਾਣ ਧੁਨੀਆਂ ਦਾ ਉਚਾਰਨ ਹੈ, ਜਿਸ ਦੇ ਵਿੱਚ ਅਸੀਂ ਇਸ ਨੂੰ ਦੋਹਰੀ ਆਵਾਜ਼ 'ਚ ਬੋਲਦੇ ਹਾਂ ਤੇ ਇਹਨਾਂ ਨੂੰ ਇਕਹਿਰੀ ਆਵਾਜ਼ ਵਿੱਚ ਬੋਲਦੇ ਹਾਂ, ਜਿਸ ਤੋਂ ਅਲਪ ਪ੍ਰਾਣ ਤੇ ਮਹਾਪ੍ਰਾਣ ਧੁਨੀਆਂ ਦਾ ਉਚਾਰਨ ਦਾ ਪਤਾ ਲੱਗਦਾ ਹੈ। ਹੁਣ ਅਸੀਂ ਚੌਥੇ ਅਧਿਆਇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ, ਪੈਰ ਵਿੱਚ ਪੈਣ ਵਾਲੇ ਅੱਖਰ। ਕਿਉਂਕਿ ਆਮ ਤੌਰ ਤੇ ਅੱਜ ਅਜੋਕੀ ਪੰਜਾਬੀ ਦੇ ਵਿੱਚ ਪੈਰ ਵਿੱਚ ਪੈਣ ਵਾਲੇ ਅੱਖਰਾਂ ਦੀ ਬਣਤਰ ਦੇ ਵਿੱਚੋਂ ਵਾਵੇ ਤੇ ਹਾਹੇ ਦੀ ਵਰਤੋਂ ਜਿਹੜੀ ਹੈ ਬਹੁਤ ਹੀ ਘਟ ਗਈ ਹੈ, ਕਿਉਂਕਿ ਅੱਜ ਦੀ ਅਜੋਕੀ ਪੰਜਾਬੀ ਦੇ ਵਿੱਚ ਹਾਹਾ ਤੇ ਵਾਵਾ ਜਿਹੜੇ ਆ ਪੂਰਨ ਰੂਪ ਵਿੱਚ ਅੱਖਰ ਦੇ ਨਾਲ ਪੈਣੇ ਸ਼ੁਰੂ ਹੋ ਗਏ ਨੇ। ਸ਼ਬਦਾਂ ਦੇ ਵਿੱਚ ਇਹਨਾਂ ਦੀ ਵਰਤੋਂ ਹੋਣ ਲੱਗ ਪਈ ਹੈ, ਪਰ ਪੁਰਾਤਨ ਰੂਪ ਤੋਂ ਪਰ ਕਈ ਅਜੋਕੀ ਪੰਜਾਬੀ ਦੇ ਵਿੱਚ ਬਹੁਤ ਸਾਰੇ ਅੱਖਰ ਹੈ ਜਿਨ੍ਹਾਂ ਦੀ ਵਰਤੋਂ ਦੇ ਵਿੱਚ ਇਹਨਾਂ ਦੀ ਵਰਤੋਂ ਪੈਰ ਵਿੱਚ ਹੀ ਕੀਤੀ ਜਾਂਦੀ ਹੈ। ਪੈਰ ਤੋਂ ਇਲਾਵਾ ਵੀ ਇਹਨਾਂ ਨੂੰ ਸਹੀ ਰੂਪ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਲਿਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਪੈਰ ਵਿੱਚ 3 ਅੱਖਰ ਨੇ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਹੈ ਰਾਰਾ, ਹਾਹਾ ਤੇ ਵਾਵਾ। ਰਾਰੇ ਦੀ ਵਰਤੋਂ ਖਾਸ ਤੌਰ ਤੇ ਪੱਪੇ ਦੇ ਨਾਲ ਹੀ ਹੁੰਦੀ ਹੈ। ਇਹ ਖਾਸ ਤੌਰ ਤੇ ਇਸ ਦੀ ਇੱਕ ਢੁਕਵੀਂ ਨਿਸ਼ਾਨੀ ਕਹਿ ਲਓ ਜਾਂ ਇੱਕ ਢੁਕਵਾਂ ਚਿੰਨ੍ਹ ਕਹਿ ਲਓ, ਜਿਹਦੇ ਵਿੱਚ ਖਾਸ ਤੌਰ ਤੇ ਰਾਰੇ ਦੀ ਵਰਤੋਂ ਪੱਪੇ ਦੇ ਹੀ ਪੈਰ ਵਿੱਚ ਹੁੰਦੀ ਹੈ, ਕਿਉਂਕਿ ਸਾਨੂੰ ਪੰਜਾਬੀ ਦੀ ਸ਼ਬਦਾਵਲੀ ਦੇ ਸ਼ਬਦ ਜੋੜਾਂ ਵਿੱਚ ਬਹੁਤ ਸਾਰਾ ਜਿਹੜੇ ਅੱਖਰ ਮਿਲਦੇ ਨੇ ਉਹ ਹੈ ਰਾਰੇ ਨਾਲ। ਪੱਪੇ ਦੇ ਪੈਰ ਦੇ ਵਿੱਚ ਜਿਸ ਤਰ੍ਹਾਂ ਪ੍ਰਕਾਰ ਹੈ, ਪ੍ਰਯੋਗ ਹੈ, ਤਾਂ ਪ੍ਰਸ਼ਨ ਹੈ, ਪਰਮਾਨ ਹੈ, ਇਸ ਤਰ੍ਹਾਂ ਪ੍ਰਤੀਯੋਗਤਾ ਹੈ। ਹਾਹਾ ਜਿਹੜਾ ਹੈ ਜਿਸ ਦੀ ਵਰਤੋਂ ਆਮ ਤੌਰ ਤੇ ਪੈਰ 'ਚ ਰਾੜੇ ਦੇ ਨਾਲ, ਰਾੜਾ ਜਿਹੜਾ ਅੱਖਰ ਹੈ ਉਹ ਸਾਡੇ ਕੋਲ ਪੰਜਾਬੀ ਦੇ ਵਿੱਚ ਜ਼ਿਆਦਾਤਰ ਪੰਜਾਬੀ ਦੇ ਵਿੱਚ ਰਾੜੇ ਦੇ ਪੈਰ ਵਿੱਚ ਹਾਹੇ ਦੀ ਵਰਤੋਂ ਬਹੁਤ ਹੀ ਖਾਸ ਰੂਪ ਵਿੱਚ ਕੀਤੀ ਜਾਂਦੀ ਹੈ, ਜੋ ਕਿ ਤੁਹਾਡੇ ਸਾਹਮਣੇ ਮੈਂ ਉਦਾਹਰਨ ਦੇ ਤੌਰ ਤੇ ਸ਼ਬਦ ਰੱਖਿਆ ਹੈ ਕਾੜਾ, ਦਾਹੜੀ, ਜੜ, ਪੜ। ਤਾਂ ਇਸ ਦਾ ਉਚਾਰਨ ਅਸੀਂ ਲਹਿਜੇ ਨਾਲ ਸਮਝ ਜਾਂਦੇ ਹਾਂ ਕਿ ਹਾਹਾ ਜਿਹੜਾ ਉਚਾਰਨ ਕੀਤਾ ਜਾਂਦਾ ਹੈ। ਤਾਂ ਲਾਸਟ ਤੇ ਹੈ ਵਾਵਾ। ਵਾਵਾ ਜਿਹੜਾ ਹੈ ਇਸ ਨੂੰ ਸਿੱਧੇ ਰੂਪ ਦੇ ਵਿੱਚ ਵੀ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ ਅੱਜ ਦੇ ਪੰਜਾਬੀ ਵਿੱਚ, ਪਰ ਇਸ ਦੇ ਮੂਲ ਰੂਪ ਦੇ ਵਿੱਚ ਵਾਵੇ ਦੀ ਵਰਤੋਂ ਜੋ ਆਮ ਤੇ ਦੇਖੀ ਜਾਂਦੀ ਹੈ ਉਹ ਸੱਸੇ ਦੇ ਪੈਰ 'ਚ ਦੇਖੀ ਜਾਂਦੀ ਹੈ। ਸੱਸੇ ਦੇ ਪੈਰ ਵਿੱਚ ਦੀ ਖਾਸ ਨਿਸ਼ਾਨੀ ਹੈ ਸੱਸੇ ਦੇ ਪੈਰ ਵਿੱਚ ਇਸ ਦੀ ਵਰਤੋਂ ਦਾ ਹੋਣਾ, ਜਿਸ ਦੇ ਵਿੱਚ ਹੈ ਸਵਰ, ਸਵੈਮਾਨ, ਸਵੈਜੀਵ। ਤਾਂ ਇਸ ਤਰ੍ਹਾਂ ਪੰਜਾਬੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹਾਹਾ ਤੇ ਵਾਵਾ ਤੇ ਰਾਰਾ ਪੈਰ ਵਿੱਚ ਦੇਖਣ ਨੂੰ ਮਿਲਦੇ ਨੇ ਅੱਖਰ। ਤਾਂ ਉਸੇ ਤਰ੍ਹਾਂ ਨਾਲ ਜਾਪ ਸਾਹਿਬ ਦੀ ਬਾਣੀ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਗਏ ਦਸ਼ਮ ਗ੍ਰੰਥ ਦੇ ਵਿੱਚ ਬਹੁਤ ਸਾਰੀ ਬਾਣੀ ਦੇ ਵਿੱਚ ਬ੍ਰਿਜ ਭਾਸ਼ਾ ਦਾ ਮਿਸ਼ਰਣ ਜਿਹੜਾ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਯਈਆ, ਵਾਵਾ ਤਾਂ ਰਾਰਾ, ਹਾਹਾ ਇਹ ਅੱਖਰ ਪੈਰਾਂ ਵਿੱਚ ਦੇਖਣ ਨੂੰ, ਸਮਝਣ ਨੂੰ ਯਈਏ ਦੀ ਵਰਤੋਂ, ਬੱਬੇ ਦੀ ਥਾਂ ਵ ਦੀ ਵਰਤੋਂ ਵੀਰ ਰਸ ਦੇ ਵਿੱਚ, ਚੰਡੀ ਦੀ ਵਾਰ ਵਿੱਚ ਦੇਖਣ ਨੂੰ ਮਿਲਦੀ ਹੈ। ਤਾਂ ਇਹ ਸੀ ਸਾਡੀ ਪੰਜਾਬੀ ਦੇ ਸ਼ਬਦ ਜੋੜਾਂ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕਰਦੇ ਹੋਏ। ਉਮੀਦ ਹੈ ਕਿ ਤੁਹਾਨੂੰ ਇਹਨਾਂ ਢੁਕਵੇਂ ਨਿਯਮਾਂ ਬਾਰੇ ਉਦਾਹਰਨਾਂ ਸਹਿਤ ਸਮਝ ਆ ਗਿਆ ਹੋਵੇਗਾ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਤਹਿ ਦਿਲੋਂ ਧੰਨਵਾਦ।